अस्सलाम वालेकुम देसी क्वीन चैनल ਤੇ ਤੁਹਾਡਾ ਵੈਲਕਮ ਕਰਨੀ ਆ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਛੋਟੇ ਗੋਸ਼ਤ ਦਾ ਵਾਈਟ ਕੋਰਮਾ ਬਣਾਉਣ ਦਾ ਤਰੀਕਾ ਤੇ ਜੋ ਮੈਂ ਬਹੁਤ ਹੀ ਦੇਸੀ ਟੈਕਨੀਕ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੀ। ਮੈਂ ਇੱਥੇ ਪ੍ਰੈਸ਼ਰ ਲਿਆ ਤੇ ਉਹਦੇ ਵਿੱਚ ਮੈਂ 2 ਕਿਲੋ ਛੋਟਾ ਗੋਸ਼ਤ ਪਾਇਆ ਹੈ ਤੇ ਇਹਦੇ ਵਿੱਚ ਮੈਂ 1 ਕੋਲ ਪਾਣੀ ਦਾ ਪਾਇਆ ਹੈ। ਮੀਡੀਅਮ ਸਾਈਜ਼ ਮੈਂ ਥੱਲੇ ਅੱਗ ਬਾਲ ਲਈ ਹੈ। ਇਹਦੇ ਵਿੱਚ ਮੈਂ ਅਦਰਕ ਤੇ ਲਸਣ ਦਾ ਪੇਸਟ ਬਣਾ ਕੇ ਪਾਵਾਂਗੀ ਜੋ ਤਕਰੀਬਨ 2 ਟੇਬਲ ਦੇ ਸਪੂਨ ਦੇ ਬਰਾਬਰ ਹੋਏਗਾ। 1 ਟੇਬਲ ਸਪੂਨ ਮੈਂ ਇਹਦੇ ਵਿੱਚ ਨਮਕ ਪਾਵਾਂਗੀ। ਇਹਦੇ ਵਿੱਚ ਕੁਛ ਮੈਂ ਖੜੇ ਮਸਾਲੇ ਯੂਜ਼ ਕਰਾਂਗੀ ਜਿਹਦੇ ਵਿੱਚ ਮੈਂ ਇੱਕ ਦਾਲਚੀਨੀ ਦਾ ਵੱਡਾ ਸਾਰਾ ਪੀਸ ਲਿਆ ਹੈ। 1 ਟੇਬਲ ਸਪੂਨ ਮੈਂ ਇੱਥੇ ਲਿਆ ਹੈ ਜ਼ੀਰਾ ਪਾਊਡਰ। 1 ਟੇਬਲ ਸਪੂਨ ਮੈਂ ਸੁੱਕੇ ਧਨੀਏ ਦਾ ਪਾਊਡਰ ਲਿਆ ਹੈ। 2 ਮੈਂ ਵੱਡੇ ਸਾਈਜ਼ ਦੀਆਂ ਇਲਾਚੀਆਂ ਲਈਆਂ ਨੇ ਤੇ 5-6 ਮੈਂ ਲੌਂਗ ਲਏ ਨੇ। ਸਾਰੀਆਂ ਚੀਜ਼ਾਂ ਅਸੀਂ ਪ੍ਰੈਸ਼ਰ ਦੇ ਵਿੱਚ ਪਾ ਕੇ ਤੇ ਇਹਨੂੰ ਕਵਰ ਕਰ ਦਾਂਗੇ। ਨਮਕ ਅਸੀਂ 1 ਟੇਬਲ ਸਪੂਨ ਇਹਦੇ ਵਿੱਚ ਪਾ ਲਿਆ ਹੈ। ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਹਿਲਾ ਕੇ ਪਾਣੀ ਤੁਸੀਂ ਬਹੁਤ ਜ਼ਿਆਦਾ ਯੂਜ਼ ਨਹੀਂ ਕਰਨਾ, ਇੱਕ ਕੋਲ ਕਰਨਾ। ਵੇਖ ਲਵੋ 2 ਕਿਲੋ ਗੋਸ਼ਤ ਸੀ ਜਿਹਦੇ ਵਿੱਚ ਮੈਂ ਤਕਰੀਬਨ 1 ਕਿਲੋ ਤੋਂ ਥੋੜ੍ਹਾ ਪਾਣੀ ਘੱਟ ਹੀ ਸੀ ਜਿਹੜਾ ਪਾਇਆ ਹੈ। ਪ੍ਰੈਸ਼ਰ ਲਾ ਕੇ ਅਸੀਂ ਇਹਨੂੰ 15 ਮਿੰਟ ਲਈ ਵੇਟ ਲਵਾਵਾਂਗੇ। 15 ਮਿੰਟ ਹੋ ਗਏ ਨੇ ਪ੍ਰੈਸ਼ਰ ਚੱਲਦੇ ਨੇ ਤੇ ਅਸੀਂ ਇਹਦੀ ਸੀਟੀ ਉਤਾਰ ਦਾਂਗੇ। ਸੀਟੀ ਉਤਾਰ ਕੇ ਕੁਛ ਇਸ ਤਰ੍ਹਾਂ ਦਾ ਸਾਡਾ ਗੋਸ਼ਤ ਹੋ ਚੁੱਕਿਆ ਸੀ। ਥੋੜ੍ਹਾ ਥੋੜ੍ਹਾ ਇਹਦੇ ਵਿੱਚ ਪਾਣੀ ਸੀ ਤੇ ਅਸੀਂ ਇਹਨੂੰ ਹੁਣ ਹਾਈ ਫਲੇਮ ਕਰਕੇ ਪਾਣੀ ਨੂੰ ਥੋੜ੍ਹਾ ਡਰਾਈ ਕਰਾਂਗੇ। ਪਾਣੀ ਸਾਡਾ ਕਾਫੀ ਹੱਦ ਤੱਕ ਡਰਾਈ ਹੋ ਚੁੱਕਿਆ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ 1 ਕੱਪ ਭਰ ਕੇ ਘਿਓ ਦਾ। ਤੁਸੀਂ ਕਮ ਜਾਂ ਜ਼ਿਆਦਾ ਕਰ ਸਕਦੇ ਹੋ। ਘਿਓ ਪਾ ਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਇਹਦੀ ਭੁਨਾਈ ਕਰਾਂਗੇ। ਜਦੋਂ ਸਾਡਾ ਗੋਸ਼ਤ ਚੰਗੀ ਤਰ੍ਹਾਂ ਭੁੱਜ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਦਹੀਂ। ਦਹੀਂ ਤੁਸੀਂ ਪਹਿਲੇ ਯੂਜ਼ ਨਹੀਂ ਕਰਨੀ ਹੈ। ਗੋਸ਼ਤ ਨੂੰ ਇੱਕ ਦਫਾ ਭੁੰਨ ਲੈਣਾ ਤਾਂ ਕਿ ਇਹਦੇ ਵਿੱਚੋਂ ਛਾਣ ਨਾ ਆਵੇ। ਗੋਸ਼ਤ ਸਾਡਾ ਭੁੱਜ ਚੁੱਕਿਆ, ਵੇਖੋ ਬਹੁਤ ਹੀ ਖੂਬਸੂਰਤ ਜਿਹਾ ਸੈਪਰੇਟ ਇਹਦੇ ਵਿੱਚੋਂ ਘੀ ਹੋ ਚੁੱਕਿਆ ਤੇ ਇਹਦੀ ਅਸੀਂ ਭੁਨਾਈ ਬਹੁਤ ਹੀ ਖੂਬਸੂਰਤ ਜੀ ਕਰਕੇ ਤੇ ਫਿਰ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ। ਕੁਛ ਲੋਕ ਇਸ ਸਟੇਜ 'ਤੇ ਥੋੜ੍ਹਾ ਥੋੜ੍ਹਾ ਪਾਣੀ ਹੁੰਦਾ ਵਿੱਚ ਦਹੀਂ ਪਾ ਕੇ ਫਿਰ ਭੁੰਨਦੇ ਨੇ ਚੰਗੀ ਤਰ੍ਹਾਂ, ਪਰ ਉਹਦੇ ਵਿੱਚੋਂ ਥੋੜ੍ਹੀ ਜਿਹੀ ਸਮੈਲ ਆਉਂਦੀ ਏ ਗੋਸ਼ਤ ਦੇ ਕੱਚੇ ਪਾਉਂਦੀ। ਅਗਰ ਤੁਸੀਂ ਇਹਦੀ ਭੁਨਾਈ ਚੰਗੀ ਤਰ੍ਹਾਂ ਕਰਕੇ ਫਿਰ ਇਹਦੇ ਵਿੱਚ ਦਹੀਂ ਪਾਓਗੇ ਤਾਂ ਇਹਦਾ ਟੇਸਟ ਹੋਰ ਜ਼ਿਆਦਾ ਦੁਬਾਲਾ ਹੋ ਜਾਏਗਾ। ਬਹੁਤ ਹੀ ਖੂਬਸੂਰਤ ਜੀ ਕਰਕੇ ਤੁਸੀਂ ਇਹਦੀ ਭੁਨਾਈ ਕਰਨੀ ਹੈ। ਗੋਸ਼ਤ ਸਾਡਾ ਵੇਖੋ ਕਿੰਨਾ ਖੂਬਸੂਰਤ ਜਿਹਾ ਕਰਕੇ ਭੁੱਜ ਚੁੱਕਿਆ ਹੈ। ਇਹਦਾ ਬਹੁਤ ਹੀ ਖੂਬਸੂਰਤ ਜਿਹਾ ਕਲਰ ਆ ਗਿਆ ਹੈ। ਇਹਦੇ ਵਿੱਚ ਮੈਂ 1 ਟੇਬਲ ਸਪੂਨ ਬਲੈਕ ਮਿਰਚ ਦਾ ਪਾਊਡਰ ਪਾਇਆ ਹੈ ਤੇ ਅੱਧਾ ਕਿਲੋ ਮੈਂ ਇਹਦੇ ਵਿੱਚ ਦਹੀਂ ਯੂਜ਼ ਕਰਨ ਲੱਗੀ ਹਾਂ। ਤੁਸੀਂ ਥੋੜ੍ਹੀ ਜ਼ਿਆਦਾ ਕਰਨੀ ਹੋਵੇ ਤਾਂ ਕਰ ਸਕਦੇ ਹੋ। ਅਗਰ ਤੁਸੀਂ ਜ਼ਿਆਦਾ ਕਰੀਮੀ ਚਾਹ ਰਹੇ ਹੋ, ਮੈਂ ਸਿਰਫ ਅੱਧਾ ਕਿਲੋ ਦਹੀਂ ਯੂਜ਼ ਕੀਤੀ ਹੈ। ਦਹੀਂ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ 1 ਟੇਬਲ ਸਪੂਨ ਮੈਂ ਨਾਲ ਵਾਈਟ ਮਿਰਚ ਯੂਜ਼ ਕੀਤੀ ਹੈ ਚਿੱਟੇ ਰੰਗ ਦੀ। ਤੁਸੀਂ ਚਾਹੋ ਤਾਂ ਕਾਲੀ ਯੂਜ਼ ਕਰ ਲਿਆ ਜੇ। ਦਹੀਂ ਸਾਡੀ ਚੰਗੀ ਤਰ੍ਹਾਂ ਭੁੱਜ ਚੁੱਕੀ ਹੈ ਤੇ ਪਾਣੀ ਵੀ ਖੁਸ਼ਕ ਹੋ ਚੁੱਕਿਆ ਤੇ ਇਸ ਜਗ੍ਹਾ 'ਤੇ ਮੈਂ ਇਹਦੇ ਵਿੱਚ ਕਰੀਮ ਪਾਉਣ ਲੱਗੀ ਹਾਂ ਜੋ ਤਕਰੀਬਨ 1 ਪਾਓ ਦੇ ਕਰੀਬ ਹੈ। ਕਰੀਮ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਬਰਤਨ ਵਿੱਚ ਪਾ ਲੈਣੀ ਹੈ, ਜ਼ਾਇਆ ਕੋਈ ਚੀਜ਼ ਨਹੀਂ ਕਰਨੀ। ਜਦੋਂ ਤੁਸੀਂ ਕਰੀਮ ਪਾਣੀ ਹੈ ਤੇ ਆਂਚ ਤੁਸੀਂ ਥੱਲੇ ਮੀਡੀਅਮ ਰੱਖਣੀ ਹੈ। ਬਹੁਤ ਹੀ ਖੂਬਸੂਰਤ ਜਿਹਾ ਕਰੀਮੀ ਜਿਹਾ ਟੈਕਸਚਰ ਆਇਆ ਹੈ ਸਾਡਾ ਵਾਈਟ ਕੋਰਮੇ ਦਾ। ਅਗਰ ਤੁਹਾਨੂੰ ਚੰਗਾ ਲੱਗਾ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਆਲ ਨੋਟੀਫਿਕੇਸ਼ਨ ਨੂੰ ਆਨ ਕਰਿਆ ਜੇ ਤੇ ਕਿਊਟ ਜਿਹਾ ਕਮੈਂਟ ਕਰਿਆ ਜੇ। 4-5 ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਥੋੜ੍ਹਾ ਜਿਹਾ ਸਬਜ਼ ਧਨੀਆ ਲਿਆ ਹੈ। ਹਰੀਆਂ ਮਿਰਚਾਂ ਇਸ ਲਈ ਐਡ ਕੀਤੀਆਂ ਤੇ ਕੁਛ ਲੋਕਾਂ ਨੂੰ ਇਹਦੇ ਵਿੱਚ ਮਿਰਚ ਪਸੰਦ ਹੁੰਦੀ ਹੈ ਤੇ ਇਸ ਲਈ ਉਹ ਫਿਰ ਹਰੀਆਂ ਮਿਰਚਾਂ ਯੂਜ਼ ਕਰ ਲੈਂਦੇ ਨੇ। ਵੈਸੇ ਅਦਰਵਾਈਜ਼ ਇਹਦੇ ਵਿੱਚ ਇੰਨੀ ਜ਼ਿਆਦਾ ਮਿਰਚ ਨਹੀਂ ਪਾਈਦੀ ਹੈ।
ਹਰੀਆਂ ਮਿਰਚਾਂ ਪਾ ਕੇ ਅਤੇ ਸਬਜ਼ ਧਨੀਆ ਪਾ ਕੇ ਇਹਨੂੰ ਕਵਰ ਕਰਕੇ 5 ਮਿੰਟ ਲਈ ਅਸੀਂ ਰੱਖ ਦਾਂਗੇ। ਥੱਲੇ ਆਂਚ ਤੁਸੀਂ ਬਿਲਕੁਲ ਹੀ ਸਲੋ ਰੱਖਣੀ ਹੈ, ਬਹੁਤ ਜ਼ਿਆਦਾ ਹਾਈ ਫਲੇਮ 'ਤੇ ਤੁਸੀਂ ਇਹਨੂੰ ਨਹੀਂ ਬਣਾਉਣਾ ਹੈਗਾ, ਨਹੀਂ ਤਾਂ ਇਹਦਾ ਗੀਤ ਸੈਪਰੇਟ ਹੋ ਜਾਂਦਾ, ਕਰੀਮੀ ਟੈਕਸਚਰ ਖ਼ਤਮ ਹੋ ਜਾਂਦਾ ਹੈ। ਬਹੁਤ ਹੀ ਖੂਬਸੂਰਤ ਜਿਹਾ ਵਾਈਟ ਕੋਰਮਾ ਅੱਜ ਦਾ ਤਿਆਰ ਹੋ ਚੁੱਕਿਆ ਹੈ। ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾ ਕੇ ਵੇਖਿਆ ਜੇ, ਬਹੁਤ ਹੀ ਵਧੀਆ ਬਣਦਾ ਹੈ। ਆਹ ਸੀ ਅੱਜ ਦੀ ਸਾਡੀ ਫਾਈਨਲ ਲੁੱਕ ਵਾਈਟ ਕੋਰਮੇ ਦੀ। ਅਗਰ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਆਲ ਨੋਟੀਫਿਕੇਸ਼ਨ ਨੂੰ ਆਨ ਕਰਿਆ ਜੇ ਤੇ ਕਿਊਟ ਜਿਹਾ ਕਮੈਂਟ ਕਰਿਆ ਜੇ। ਮਿਲਦੇ ਆ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।